अनंत कारण कीते बिन लाहे, ताके अंत न पाए जाहे। एह अंत न जाने कोई, बहुता कहिए बहुता होए। वड्डा साहिब ऊंचा थाओ, ऊंचे ऊपर ऊंचा नाओ। एवड ऊंचा होवे कोई, इस ऊंचे को जाने सोए। जीवन आप जाने आप आप, नानक नदरी करनी तात। जीवन आप जाने आप आप, नानक नदरी करनी तात। परम सन्मानयोग जुगो जुग अटल जबर छतर तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਸੁਭਾਈਮਾਨ ਜੁੜ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵਡਭਾਗੇ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕਰਕੇ ਅੰਮ੍ਰਿਤਮਈ ਪਾਵਨ ਬਾਣੀ ਆਸਾ ਕੀ ਵਾਰ ਦਾ ਕੀਰਤਨ ਸ਼ਰਵਣ ਕਰ ਰਹੇ ਸੀ ਤੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਸੀ। ਗੁਰੂ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ ਪੌੜੀ ਨੰਬਰ 24 ਦੇ ਪਾਠ ਨੂੰ ਸ਼ਰਵਣ ਕੀਤਾ ਹੈ। ਇਸ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਹੈ। ਆਓ ਵਿਚਾਰਾਂ ਦੀ ਆਰੰਭਾ ਕਰਨ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ ਪੌੜੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੇਅੰਤਤਾ ਨੂੰ ਬਿਆਨ ਕਰ ਰਹੇ ਹਨ ਵੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਬੇਅੰਤ ਹੈ। ਜੇ ਕੋਈ ਮਨੁੱਖ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕਰੇ, ਉਹਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੇ ਤੇ ਨਹੀਂ ਪਾ ਸਕਦਾ, ਕਿਉਂਕਿ ਉਹ ਹੈ ਹੀ ਬੇਅੰਤ ਤੇ ਮਨੁੱਖ ਉਹਦੀ ਕਿਰਤ ਹੋ ਕਰਕੇ ਉਸ ਬੇਅੰਤ ਪਰਮਾਤਮਾ ਦਾ ਅੰਤ ਕਿਵੇਂ ਪਾ ਸਕਦਾ ਹੈ। ਕਿਉਂਕਿ ਮਨੁੱਖ ਦਾ ਸੁਭਾਅ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੁਝ ਬਣਤਰ ਇਹੋ ਜਿਹੀ ਬਣਾਈ ਹੈ ਕਿ ਜੋ ਵੀ ਚੀਜ਼ ਇਹਦੇ ਸਾਹਮਣੇ ਹੁੰਦੀ ਹੈ, ਇਹ ਹਰ ਇੱਕ ਚੀਜ਼ ਦੀ ਤਹਿ ਤੱਕ ਜਾਣਾ ਚਾਹੁੰਦਾ ਹੈ। ਉਸ ਚੀਜ਼ ਦਾ ਆਦ, ਉਸ ਚੀਜ਼ ਦਾ ਮੱਧ, ਉਹਦੇ ਅੰਤ ਤੱਕ ਪਹੁੰਚਣਾ ਚਾਹੁੰਦਾ ਹੈ। ਉਹਦੀ ਹਸਤੀ ਨੂੰ ਪੂਰਨ ਤੌਰ 'ਤੇ ਜਾਣਨਾ ਚਾਹੁੰਦਾ ਹੈ, ਸਮਝਣਾ ਚਾਹੁੰਦਾ ਹੈ, ਉਹਦਾ ਅੰਤ ਪਾਉਣਾ ਚਾਹੁੰਦਾ ਹੈ। ਹੁਣ ਗੁਰਮੁਖੋ ਜੇ ਪਰਮਾਤਮਾ ਦੀ ਆਪਾਂ ਗੱਲ ਕਰੀਏ ਤੇ ਵਾਹਿਗੁਰੂ ਜੀ ਦਾ ਅੰਤ ਪਾਉਣ ਵਾਸਤੇ, ਉਸ ਬੇਅੰਤ ਨੂੰ ਸਮਝਣ ਵਾਸਤੇ ਬਹੁਤ ਸਾਰੀ ਸ਼ਕਤੀ ਚਾਹੀਦੀ ਹੈ। ਸੁਣਨ ਦੀ ਸ਼ਕਤੀ ਚਾਹੀਦੀ ਹੈ, ਕਥਨ ਦੀ ਸ਼ਕਤੀ ਚਾਹੀਦੀ ਹੈ, ਵੇਖਣ ਦੀ ਸ਼ਕਤੀ ਚਾਹੀਦੀ ਹੈ ਤੇ ਸੋਚਣ ਦੀ ਸ਼ਕਤੀ ਚਾਹੀਦੀ ਹੈ। ਤੇ ਮਨੁੱਖ ਦੇ ਜਿਤਨੇ ਵੀ ਇਹ ਇੰਦਰੀ ਨੇ, ਭਾਵੇਂ ਅੱਖਾਂ ਰਾਹੀਂ ਦੇਖਦਾ ਹੈ, ਜ਼ੁਬਾਨ ਰਾਹੀਂ ਬੋਲਦਾ ਹੈ, ਕੰਨਾਂ ਰਾਹੀਂ ਸੁਣਦਾ ਹੈ,
ਦਿਮਾਗ ਦੇ ਰਾਹੀਂ ਇਹ ਸੋਚਦਾ ਹੈ। ਇਹ ਸਾਰੇ ਦੇ ਸਾਰੇ ਇੰਦਰੀ ਇੱਕ ਸੀਮਾ ਦੇ ਵਿੱਚ ਨੇ, ਇੱਕ ਦਾਇਰੇ ਦੇ ਵਿੱਚ ਨੇ, ਇਹਨਾਂ ਦੀ ਆਪਣੀ ਸੀਮਾ ਹੈ। ਹੁਣ ਮਨੁੱਖ ਦੀਆਂ ਅੱਖਾਂ ਕੁਝ ਸੀਮਾ ਤੱਕ ਦੇਖ ਸਕਦੀਆਂ ਨੇ। ਜੇ ਸੀਮਾ ਤੋਂ ਵੱਧ ਦੇਖਣਾ ਹੋਵੇ ਤੇ ਮਨੁੱਖ ਨੂੰ ਦੂਰਬੀਨ ਦਾ ਸਹਾਰਾ ਲੈਣਾ ਪੈਂਦਾ ਹੈ, ਖੁਰਦਬੀਨ ਦਾ ਸਹਾਰਾ ਲੈਣਾ ਪੈਂਦਾ ਹੈ। ਮਨੁੱਖ ਦੀਆਂ ਆਪਣੀਆਂ ਅੱਖਾਂ ਦੀ ਕੁਝ ਸੀਮਾ ਹੈ ਤੇ ਉਸ ਦੇ ਬੇਅੰਤ ਪਸਾਰੇ ਨੂੰ ਇਹ ਮਨੁੱਖ ਦੀਆਂ ਅੱਖਾਂ ਪੂਰਨ ਤੌਰ ਤੇ ਨਹੀਂ ਦੇਖ ਸਕਦੀਆਂ। ਹੁਣ ਵੇਖੋ, ਇਹ ਅੱਖਾਂ ਸੰਸਾਰ ਦਾ ਸੁਹੱਪਣ ਦੇਖਦੀਆਂ ਕੁਦਰਤ ਦੇ ਨਜ਼ਾਰਿਆਂ ਨੂੰ ਤੱਕਦੀਆਂ ਇਹ ਕਮਜ਼ੋਰ ਹੋ ਜਾਂਦੀਆਂ ਨੇ। ਨਜ਼ਰ ਜਿਹੜੀ ਹੈ, ਜਦੋਂ ਮਨੁੱਖ ਵਡੇਪੇ ਵਿੱਚ ਪਹੁੰਚਦਾ ਵਾ ਤੇ ਮਨੁੱਖ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਇਹ ਦੇਖਦਿਆਂ ਅੱਖਾਂ ਤੇ ਇਹਨਾਂ ਦੀ ਨਜ਼ਰ ਤੇ ਕਮਜ਼ੋਰ ਹੋ ਗਈ, ਇਹਨਾਂ ਦੀ ਸ਼ਕਤੀ ਤੇ ਘਟ ਗਈ। ਪਰ ਸੁਹੱਪਣ ਜਿਹੜਾ ਹੈ, ਜੋ ਕੁਦਰਤ ਦੇ ਨਜ਼ਾਰੇ ਨੇ, ਜੋ ਰੰਗ ਤਮਾਸ਼ੇ ਨੇ, ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ। ਸੁਹੱਪਣ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੈ। ਸੰਸਾਰ ਦਾ ਜੋ ਰੂਪ ਹੈ, ਜੋ ਰੰਗ ਹੈ, ਜੋ ਤਮਾਸ਼ੇ ਹਨ, ਜੋ ਕੁਦਰਤ ਦੇ ਨਜ਼ਾਰੇ ਹਨ, ਉਹ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਹਨ, ਉਹ ਨਹੀਂ ਘਟੇ। ਮਨੁੱਖ ਦੀ ਆਪਣੀ ਨਜ਼ਰ ਇਹ ਜ਼ਰੂਰ ਘਟੀ ਹੈ ਤੇ ਮਨੁੱਖ ਦੀ ਆਪਣੀ ਨਜ਼ਰ ਦੀ, ਇਹਨਾਂ ਨਿਗਾਹਾਂ ਦੀ, ਅੱਖਾਂ ਦੀ ਸੀਮਾ ਹੈ ਤੇ ਸੀਮਾ ਤੇ ਦਾਇਰੇ ਵਿੱਚ ਰਹਿਣ ਵਾਲੀਆਂ ਇਹ ਅੱਖਾਂ ਬੇਅੰਤ ਨੂੰ ਤੇ ਬੇਅੰਤ ਦੀ ਬਣਾਈ ਹੋਈ ਕੁਦਰਤ ਦਾ ਪਾਰਾਵਾਰ, ਉਹਦਾ ਅੰਤ ਕਿਵੇਂ ਪਾ ਸਕਦੀਆਂ ਹਨ। ਇਸੇ ਤਰ੍ਹਾਂ ਮਨੁੱਖ ਦੀ ਆਪਣੀ ਜ਼ੁਬਾਨ ਹੈ, ਮਨੁੱਖ ਦੀ ਕਥਨ ਸ਼ਕਤੀ ਹੈ। ਮਨੁੱਖ ਆਪਣੀ ਆਵਾਜ਼ ਨੂੰ ਜ਼ੁਬਾਨ ਦੇ ਰਾਹੀਂ ਕੁਝ ਸੀਮਾ ਤੇ ਕੁਝ ਦਾਇਰੇ ਤੱਕ ਪਹੁੰਚਾ ਸਕਦਾ ਵਾ, ਇਸ ਤੋਂ ਵੱਧ ਨਹੀਂ। ਉਹਨੂੰ ਦੂਰ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅੱਜ ਜਿਵੇਂ ਆਪਾਂ ਮਾਈਕ ਦਾ ਸਹਾਰਾ ਲਿਆ ਹੈ, ਸਪੀਕਰ ਦਾ ਸਹਾਰਾ ਲਿਆ, ਮਸ਼ੀਨਰੀ ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਮਨੁੱਖ ਦੀ ਆਪਣੀ ਆਵਾਜ਼ ਦੀ ਕੁਝ ਸੀਮਾ ਹੈ। ਭਾਵੇਂ ਇਹ ਵੀ ਆਪਾਂ ਸਹਾਰਾ ਲਿਆ ਵਾ ਮਾਈਕ ਦਾ, ਮਸ਼ੀਨ ਦਾ, ਪਰ ਇਹਦੀ ਵੀ ਇੱਕ ਸੀਮਾ ਹੈ। 1 ਕਿਲੋਮੀਟਰ ਤੱਕ ਆਵਾਜ਼ ਜਾਏਗੀ, 2 ਕਿਲੋਮੀਟਰ ਤੱਕ ਆਵਾਜ਼ ਜਾਏਗੀ, ਇਸ ਤੋਂ ਅੱਗੇ ਨਹੀਂ ਜਾਏਗੀ। ਮਨੁੱਖ ਦੀ ਆਪਣੀ ਆਵਾਜ਼ ਦੀ ਵੀ ਸੀਮਾ ਵਾ। ਤੇ ਜੇ ਫਿਰ ਮਨੁੱਖ ਦੀ ਸੋਚ ਦੀ ਗੱਲ ਕਰੀਏ ਤੇ ਮਨੁੱਖ ਦਾ ਦਿਮਾਗ ਵੀ ਕੁਝ ਹੱਦ ਤੱਕ, ਕੁਝ ਸੀਮਾ ਤੱਕ ਸੋਚ ਸਕਦਾ ਵਾ, ਉਸ ਤੋਂ ਅੱਗੇ ਨਹੀਂ। ਜੇ ਮਨੁੱਖ ਆਖੇ ਵੀ ਮੈਂ ਆਪਣੇ ਦਿਮਾਗ ਦੀ ਵਰਤੋਂ ਕਰਕੇ ਪਰਮਾਤਮਾ ਦੀ ਬਣਾਈ ਹੋਈ ਇੱਕ ਇੱਕ ਚੀਜ਼ ਦੀ ਤਹਿ ਤੱਕ ਜਾਵਾਂ, ਉਹਦੇ ਅੰਤ ਤੱਕ ਮੈਂ ਪਹੁੰਚਾਂ, ਤੇ ਨਹੀਂ ਪਹੁੰਚ ਸਕਦਾ। ਵੇਖੋ ਮਨੁੱਖ ਕਿੰਨਾ ਦਿਮਾਗ, ਇੱਕ ਮਨੁੱਖ ਦਾ ਦਿਮਾਗ ਨਹੀਂ, ਕਈ ਦੁਨੀਆ ਦੇ ਵਿਗਿਆਨਕ ਇਕੱਠੇ ਹੁੰਦੇ ਨੇ। ਸਾਡੇ ਦੇਸ਼ ਵਿੱਚ ਹੀ ਇਹੋ ਜਿਹੀ ਚੰਦਰਮਾ ਦੇ ਉੱਤੇ ਯਾਨ ਪਹੁੰਚਾਉਣਾ ਹੈ ਤੇ ਕਿੰਨੀਆਂ ਸਾਲਾਂ ਦੀ ਮਿਹਨਤ ਕਰ ਰਹੇ ਸਨ ਵਿਗਿਆਨਿਕ, ਕਿੰਨਾ ਪੈਸਾ ਵੀ ਲੱਗਾ। ਫਿਰ ਕਿੰਨੇ ਦਿਮਾਗਦਾਰ ਚੋਟੀ ਦੇ ਸਾਇੰਟਿਸਟ, 1 ਨਹੀਂ 2 ਨਹੀਂ 4 ਨਹੀਂ, ਹਜ਼ਾਰਾਂ ਸਾਇੰਟਿਸਟਾਂ ਨੇ ਇੱਕ ਯਾਨ ਤਿਆਰ ਕੀਤਾ। ਆਪੋ ਆਪਣੀ ਬੁੱਧੀ, ਆਪੋ ਆਪਣੀ ਸੋਚ, ਆਪੋ ਆਪਣੇ ਦਿਮਾਗ ਲਾ ਕਰਕੇ, ਤੇ ਉਹ ਪੂਰਾ ਯਕੀਨ ਵੀ ਹੋਇਆ ਵੀ ਇਹ ਯਾਨ ਐਰਕੀ ਸਾਡਾ ਫੇਲ ਨਹੀਂ ਹੋਵੇਗਾ, ਅਸੀਂ ਆਪਣੇ ਚੰਦਰਯਾਨ ਦੇ ਮਿਸ਼ਨ ਵਿੱਚ ਕਾਮਯਾਬੀ ਹਾਸਲ ਕਰਾਂਗੇ। ਦੁਨੀਆ ਦੇ ਵਿੱਚ ਸਾਡੇ ਸਾਇੰਸ ਦਾ, ਸਾਡੀ ਸੋਚ ਦਾ, ਸਾਡੀ ਖੋਜ ਦਾ ਇਹ ਡੰਕਾ ਵੱਜੇਗਾ। ਪਰ ਹੋਇਆ ਕਿ ਉਹ ਚੰਦਰਯਾਨ ਦਾ ਪਤਾ ਹੀ ਕੋਈ ਨਹੀਂ ਚੱਲਿਆ। ਜਿੱਧਰ ਨੂੰ ਉਹ ਭੇਜਣਾ ਚਾਹੁੰਦੇ ਸਨ, ਜਿਸ ਦਿਸ਼ਾ ਵੱਲ ਉਹ ਲਿਜਾਣਾ ਚਾਹੁੰਦੇ ਸਨ, ਜਿੱਥੇ ਉਤਾਰਨਾ ਚਾਹੁੰਦੇ ਸਨ, ਉਹਦਾ ਨਾਮੋ ਨਿਸ਼ਾਨ ਹੀ ਨਹੀਂ ਮਿਲਿਆ। ਕਿੱਥੇ ਗਿਆ ਉਹ, ਕਿੱਥੇ ਗਰਕ ਹੋ ਗਿਆ, ਕਿੱਥੇ ਜਜ਼ਬ ਹੋ ਗਿਆ, ਪਤਾ ਹੀ ਨਹੀਂ ਚੱਲਿਆ। ਵੇਖੋ, ਇੱਕ ਚੰਦਰਯਾਨ ਨੂੰ ਭੇਜਣ ਵਾਸਤੇ, ਚੰਦਰਮਾ ਦੀ ਧਰਤੀ, ਉਸ ਗ੍ਰਹਿ ਦਾ ਪਤਾ ਲਾਉਣ ਵਾਸਤੇ ਹਜ਼ਾਰਾਂ ਵਿਗਿਆਨੀ ਲੱਗੇ ਸਨ ਤੇ ਹਜ਼ਾਰਾਂ ਵਿਗਿਆਨੀਆਂ ਦੀ ਸੋਚ ਉਹਦੇ ਵਿੱਚ ਕੰਮ ਕਰ ਰਹੀ ਸੀ ਤੇ ਇੰਨਾ ਪੈਸਾ ਲੱਗਾ, ਇੰਨੀ ਮਿਹਨਤ, ਫਿਰ 1-2 ਸਾਲ ਦੀ ਨਹੀਂ, ਕਈਆਂ ਸਾਲਾਂ ਦੀ ਮਿਹਨਤ ਉਹਦੇ ਵਿੱਚ ਲੱਗੀ। ਮਿਲਿਆ ਕੀ? ਕੁਝ ਵੀ ਨਹੀਂ ਪਤਾ ਲੱਗਿਆ। ਜਾਂ ਜਿਹੜੇ ਚੰਦਰਯਾਨ ਦੇ ਰਾਹੀਂ ਉੱਤੇ ਚੰਦਰਮਾ ਤੇ ਪਹੁੰਚੇ ਨੇ, ਉਹਨਾਂ ਨੂੰ ਕੀ ਮਿਲਿਆ? ਖਾਲੀ ਮਿੱਟੀ ਲੈ ਕੇ ਆਏ ਨੇ, ਉੱਥੋਂ ਹੋਰ ਕੁਝ ਨਹੀਂ ਲੈ ਕੇ ਆਏ। ਬਹੁਤਾ ਥੋੜ੍ਹੀ ਉਸ ਬਾਰੇ
ਪੂਰਾ ਗਿਆਨ ਉਸ ਗ੍ਰਹਿ ਦੇ ਬਾਰੇ, ਉਹਦਾ ਅੰਤ ਪਾ ਕੇ ਆ ਗਏ ਨੇ। ਤੇ ਗੁਰਮੁਖ ਉਹਦੇ ਇੱਕ ਗ੍ਰਹਿ ਨੂੰ ਸਮਝਣਾ ਬੜਾ ਔਖਾ ਵਾ। ਇੱਥੇ ਹਜ਼ਾਰਾਂ ਗ੍ਰਹਿ ਨੇ, ਹਜ਼ਾਰਾਂ ਲੱਖਾਂ ਨਛੱਤਰ ਨੇ, ਧਰਤੀਆਂ ਨੇ ਜੋ ਉੱਤੇ ਗ੍ਰਹਿਆਂ ਦੇ ਰੂਪ ਵਿੱਚ ਚੱਲਦੀਆਂ ਪਈਆਂ ਹਨ। ਸੋ ਮਨੁੱਖ ਦੇ ਦਿਮਾਗ ਦੀ ਵੀ ਸੀਮਾ ਵਾ, ਮਨੁੱਖ ਦੀ ਸੋਚ ਵੀ ਇੱਕ ਦਾਇਰੇ ਦੇ ਵਿੱਚ ਹੈ। ਤੇ ਉਸ ਅਸੀਮ ਪਰਮਾਤਮਾ ਜਿਹੜਾ ਦਾਇਰੇ ਤੋਂ ਬਾਹਰ ਹੈ, ਉਹਦੀ ਕੁਦਰਤ ਜੋ ਦਾਇਰੇ ਤੋਂ ਬਾਹਰ ਹੈ, ਉਹਨੂੰ ਕਿਵੇਂ ਇਹ ਆਪਣੀ ਸੋਚਣੀ ਵਿੱਚ ਲਿਆ ਸਕਦਾ ਹੈ, ਜਿਹਦੀ ਸੋਚਣੀ ਦੀ, ਜਿਹਦੀ ਦਿਮਾਗ ਦੀ ਆਪਣੀ ਸੀਮਾ ਇੱਕ। ਫਿਰ ਮਨੁੱਖ ਦੀ ਜੋ ਸੁਣਨ ਸ਼ਕਤੀ ਹੈ, ਇਹ 4-5 ਸ਼ਕਤੀਆਂ ਚਾਹੀਦੀਆਂ ਨੇ ਕਿਸੇ ਚੀਜ਼ ਦੀ ਤਹਿ ਤੱਕ ਉਹਦੀ ਅੰਤ ਪਾਉਣ ਦੇ ਵਾਸਤੇ। ਪਹਿਲੀ ਵੇਖਣ ਸ਼ਕਤੀ, ਦੂਜੀ ਕਥਨ ਸ਼ਕਤੀ, ਤੀਜੀ ਸੋਚਣ ਸ਼ਕਤੀ, ਤੇ ਚੌਥੀ ਜਿਹੜੀ ਹੈ ਸੁਣਨ ਸ਼ਕਤੀ। ਹੁਣ ਸੁਣਨ ਸ਼ਕਤੀ ਇਹਦੀ ਵੀ ਕੁਝ ਸੀਮਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ, ਉਸ ਪਰਮਾਤਮਾ ਦਾ ਤੇ ਉਹਦੀ ਬਣਾਈ ਹੋਈ ਕੁਦਰਤ ਦਾ ਅੰਤ ਪਾਉਣਾ ਤੇਰੇ ਵੱਸ ਦੀ ਗੱਲ ਨਹੀਂ ਹੈ। ਤੇ ਗੁਰੂ ਮਹਾਰਾਜ ਜੀ ਕਹਿ ਰਹੇ ਨੇ, ਅੰਤ ਨ ਸਿਫਤੀ ਕਹਿਣ ਨ ਅੰਤ। ਉਸ ਪਰਮਾਤਮਾ ਦੀਆਂ ਸਿਫਤੋ ਸਲਾਹਾਂ, ਉਹਦੇ ਗੁਣ, ਜਦੋਂ ਦਾ ਇਹ ਸੰਸਾਰ ਬਣਿਆ ਹੈ, ਖਾਸ ਕਰਕੇ ਮਨੁੱਖ ਗਾ ਰਿਹਾ ਹੈ ਉਸ ਨੂੰ। ਮਨੁੱਖ ਨੇ ਉਹਦੀ ਸਿਫਤੋ ਸਲਾਹ, ਉਹਦੀ ਵਡਿਆਈ ਗਾ ਗਾ ਕੇ ਬਿਆਨ ਕੀਤੀ ਹੈ। ਗ੍ਰੰਥਾਂ ਦੇ ਗ੍ਰੰਥ ਭਰੇ ਨੇ, ਤੇ ਉਹਨਾਂ ਗ੍ਰੰਥਾਂ ਦੇ ਵਿੱਚ ਇੰਨਾ ਕੁਝ ਲਿਖਣ ਦੇ ਬਾਵਜੂਦ ਵੀ ਉਸ ਪਰਮਾਤਮਾ ਦੀਆਂ ਸਿਫਤਾਂ ਕਰਕੇ ਉਹਦਾ ਅੰਤ ਨਹੀਂ ਪਾ ਸਕਿਆ। ਆਪਾਂ ਪੜ੍ਹਦੇ ਹਾਂ ਨਾ ਬਾਬਾ ਕਬੀਰ ਸਾਹਿਬ ਜੀ ਦੀ ਅੰਮ੍ਰਿਤਮਈ ਪਵਿੱਤਰ ਬਾਣੀ ਨੂੰ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਸਾਧ ਸਮੁੰਦੇ ਮਸ ਕਰੂੰ, ਕਲਮ ਕਰੋ ਬਨਰਾਏ, ਬਸਦਾ ਕਾਗਲ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਵੀ 7 ਸਮੁੰਦਰਾਂ ਦੀ ਮੈਂ ਸ਼ਾਹੀ ਬਣਾ ਲਵਾਂ, ਤੇ ਸਾਰੀ ਵਨਸਪਤੀ ਨੂੰ ਮੈਂ ਨਾ ਕਲਮ ਬਣਾ ਲਵਾਂ, ਤੇ ਫਿਰ ਸਾਰੀ ਜਿੰਨੀ ਵੀ ਧਰਤੀ ਹੈ ਸੰਸਾਰ ਦੇ ਵਿੱਚ, ਖਾਲੀ ਜੋ ਧਰਤੀ ਹੈ, ਉਹਨੂੰ ਕਾਗਜ਼ ਬਣਾ ਲਵਾਂ। ਇੰਨਾ ਲੰਮਾ ਚੌੜਾ ਮੇਰੇ ਕੋਲ ਹੋਵੇ ਸਾਜੋ ਸਮਾਨ, ਤੇ ਮੈਂ ਲਿਖਾਂ ਪਰਮਾਤਮਾ ਦੀਆਂ ਸਿਫਤਾਂ ਤੇ ਪਰਮਾਤਮਾ ਦੇ ਗੁਣ। ਵੀ ਮੈਂ ਆਖਾਂ ਕਿ ਮੈਂ ਸਾਰੇ ਦੇ ਸਾਰੇ ਗੁਣ ਲਿਖ ਲੈਣੇ ਆ, ਜਿੰਨੇ ਵੀ ਗੁਣ ਨੇ, ਜਿੰਨੀਆਂ ਵੀ ਵਡਿਆਈਆਂ ਨੇ ਪਰਮਾਤਮਾ ਦੀਆਂ, ਮੈਂ ਧਰਤੀ ਦੇ ਇਸ ਵਕਰੇ ਉੱਤੇ ਉਤਾਰ ਦੇਣੀਆਂ ਨੇ। ਪਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਨਹੀਂ ਲਿਖੀਆਂ ਜਾਣਗੀਆਂ, ਕਿਉਂਕਿ ਉਹ ਹੈ ਹੀ ਬੇਅੰਤ। ਤੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਬੋਲ ਹੈ, ਜੇ ਕੋਈ ਲਿਖਣਾ ਚਾਹੇ ਤੇ ਲਿਖ ਵੀ ਨਹੀਂ ਸਕਦਾ, ਜੇ ਕੋਈ ਕਥਨ ਕਰਕੇ ਬੋਲ ਕੇ ਉਹਦੀ ਵਡਿਆਈ ਕਰਨਾ ਚਾਹੇ ਤੇ ਅੰਤ ਪਾਉਣਾ ਚਾਹੇ ਤੇ ਤਾਂ ਵੀ ਨਹੀਂ ਪਾ ਸਕਦਾ। ਆਪਾਂ ਪੜ੍ਹਦੇ ਨਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਕਥਨ ਕੀਤਾ ਗਿਆ ਹੈ ਤੈਨੂੰ, ਤੇਰੇ ਗੁਣ ਗਾਏ ਜਾਂਦੇ ਨੇ, ਪਰ ਮਾਲਕ ਵਾਹਿਗੁਰੂ ਜੀ ਤੁਹਾਡੀ ਮਹਿਮਾ ਹੀ ਇਤਨੀ ਹੈ ਕਿ ਉਸ ਦਾ ਅੰਤ ਪਾਉਣਾ ਉਹ ਨਾ ਮੁਮਕਿਨ ਜੀ ਗੱਲ ਹੈ। ਤੁਹਾਡੀ ਮਹਿਮਾ ਵਰਣਨ ਤੋਂ ਬਾਹਰ ਹੈ। ਤੁਹਾਡੇ ਜਿਹੜੇ ਗੁਣ ਨੇ ਨਾ, ਉਹ ਕਥਨੀ ਤੋਂ ਬਾਹਰ ਨੇ। ਹਾਂ, ਗੁਣ ਗਾ ਕੇ ਤੁਹਾਡਾ ਰੂਪ ਜ਼ਰੂਰ ਹੋਇਆ ਜਾ ਸਕਦਾ ਹੈ, ਗੁਣ ਗਾ ਕੇ ਤੁਹਾਡੇ ਵਿੱਚ ਅਭੇਦ ਜ਼ਰੂਰ ਹੋਇਆ ਜਾ ਸਕਦਾ ਹੈ, ਉੱਚੀ ਸੁੱਚੀ ਆਤਮਿਕ ਅਵਸਥਾ ਦਾ ਮਾਲਕ ਜ਼ਰੂਰ ਇਨਸਾਨ ਬਣ ਸਕਦਾ ਵਾ, ਉੱਚੇ ਸੁੱਚੇ ਕਿਰਦਾਰ ਦਾ ਮਾਲਕ ਜ਼ਰੂਰ ਇਨਸਾਨ ਬਣ ਸਕਦਾ ਵਾ, ਜੋ ਆਪ ਜੀ ਦੇ ਗੁਣ ਗਾ ਰਿਹਾ ਵਾ, ਆਪ ਜੀ ਦੀ ਸਿਫਤੋ ਸਲਾਹ ਕਰ ਰਿਹਾ ਵਾ। ਸੋ ਆਪ ਜੀ ਦੀ ਸਿਫਤ ਕਰਕੇ ਵੀ ਕੋਈ ਆਪ ਜੀ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੇ ਦੇਣ ਨ ਅੰਤ। ਤੇ ਉਹ ਪਰਮਾਤਮਾ ਕਰਤਾ ਹੈ। ਕਰਨੇ ਤੋਂ ਭਾਵ ਹੈ ਕਿ ਉਸਨੇ ਸ੍ਰਿਸ਼ਟੀ ਬਣਾਈ ਹੈ, ਤੇ ਉਸ ਪਰਮਾਤਮਾ ਨੇ ਜੋ ਕਰਤਾ ਹੈ ਤੇ ਉਸਨੇ ਸ੍ਰਿਸ਼ਟੀ ਬਣਾਈ ਹੈ, ਤੇ ਸ੍ਰਿਸ਼ਟੀ ਉਹਨੇ ਬਣਾਈ ਹੈ, ਜੀਵ ਜੰਤ ਬਣਾਏ ਨੇ। ਫਿਰ ਜੀਵ ਜੰਤੂਆਂ ਨੂੰ ਜੋ ਦਿੱਤਾ ਹੈ ਉਸ ਪਰਮਾਤਮਾ ਨੇ, ਜੋ ਦਾਤਾਂ ਦਿੱਤੀਆਂ ਨੇ, ਉਹਦਾ ਵੀ ਅੰਤ ਕੋਈ ਨਹੀਂ ਪਾ ਸਕਦਾ। ਉਸ ਪਰਮਾਤਮਾ ਨੇ ਮਨੁੱਖ ਜਾਤੀ ਨੂੰ ਦਿੱਤਾ ਹੈ, ਪਸ਼ੂ ਪੰਛੀਆਂ ਨੂੰ ਦਿੱਤਾ ਹੈ, ਜੀਵ ਜੰਤੂਆਂ ਨੂੰ ਦਿੱਤਾ ਹੈ, ਉਸਨੇ ਗ੍ਰਹਿਆਂ ਨਛੱਤਰਾਂ ਨੂੰ ਦਿੱਤਾ ਹੈ, ਵਨਸਪਤੀ ਨੂੰ ਦਿੱਤਾ ਹੈ। ਅੱਜ ਉਸ ਚੰਦ ਤੇ ਸੂਰਜ ਨੇ, ਇਹ ਵੀ ਉਸ ਪਰਮਾਤਮਾ ਦੀ ਤਾਕਤ ਲੈ ਕਰਕੇ ਸੰਸਾਰ ਨੂੰ ਵੰਡ ਰਹੇ ਨੇ, ਰੋਸ਼ਨੀ ਦੇ ਰਿਹਾ ਹੈ ਸੂਰਜ।
ਉਹਦੀ ਤਾਕਤ ਪਰਮਾਤਮਾ ਦੀ ਲੈ ਕਰਕੇ ਇਹ ਸੰਸਾਰ ਨੂੰ ਰੋਸ਼ਨ ਕਰ ਰਿਹਾ ਹੈ। ਸੋ ਉਸ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਸਾਨੂੰ। ਕੀ ਕੁਝ ਉਸ ਪਰਮਾਤਮਾ ਨੇ ਦਿੱਤਾ ਹੈ ਅਸੀਂ ਉਹਨੂੰ ਬਿਆਨ ਨਹੀਂ ਕਰ ਸਕਦੇ। ਇਸ ਸਮੁੱਚੀ ਕਾਇਨਾਤ ਨੂੰ, ਇਹਦੇ ਵਿੱਚ ਬੇਅੰਤ ਜੀਵ ਨੇ, ਪਸ਼ੂ ਪੰਛੀ ਨੇ, ਇਹ ਵਨਸਪਤੀ ਹੈ, ਸਾਰਿਆਂ ਨੂੰ ਪਰਮਾਤਮਾ ਦੇ ਰਿਹਾ ਹੈ। ਤਾਂ ਹੀ ਤੇ ਇਹ ਵੱਧ ਫੁੱਲ ਰਹੇ ਨੇ ਉਸ ਪਰਮਾਤਮਾ ਦੀ ਰਹਿਮਤ ਬਖਸ਼ਿਸ਼ ਸਦਕਾ। ਤੇ ਜੋ ਕੁਝ ਉਹਨੇ ਦਿੱਤਾ ਵਾ ਉਹਨੂੰ ਬਿਆਨ ਕਰਨਾ, ਉਹਨੂੰ ਕਥਨ ਕਰਨਾ ਬੜਾ ਔਖਾ ਵਾ। ਉਹਨੂੰ ਦਾਇਰੇ ਵਿੱਚ ਲੈ ਕੇ ਆਉਣਾ, ਉਹਨੂੰ ਸੀਮਾਬੱਧ ਕਰਨਾ ਬੜਾ ਔਖਾ ਵਾ। ਕਹਿੰਦੇ ਨੇ ਅੰਤ ਨਾ ਕਰਨੇ ਦੀਨ ਨਾ ਅੰਤ। ਉਹਦੀਆਂ ਦਿੱਤੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ, ਲੇਖਾ ਜੋਖਾ ਨਹੀਂ ਕਰ ਸਕਦਾ ਕੋਈ। ਫਿਰ ਅੱਗੇ ਕਹਿੰਦੇ ਨੇ ਅੰਤ ਨਾ ਜਾਪੈ ਕਿਆ ਮਨ ਮੰਤ। ਉਸ ਪਰਮਾਤਮਾ ਦੇ ਅੰਦਰ ਕੀ ਮਤਾ ਹੈ, ਕੀ ਸੋਚਦਾ ਪਿਆ ਹੈ ਉਹ ਸਾਡੇ ਜੀਵਾਂ ਬਾਰੇ, ਅਸੀਂ ਨਹੀਂ ਇਹ ਕਿਆਸ ਲਗਾ ਸਕਦੇ। ਅਸੀਂ ਨਹੀਂ ਉਹਦੇ ਅੰਦਰ ਦੇ ਭਾਵਨਾ ਨੂੰ, ਉਹਦੇ ਅੰਦਰ ਦੇ ਵਿਚਾਰਾਂ ਨੂੰ ਅਸੀਂ ਨਹੀਂ ਬੁੱਝ ਸਕਦੇ। ਹੁਣ ਸਾਡੇ ਦੇਸ਼ ਵਿੱਚ ਮਨੋਵਿਗਿਆਨਿਕ ਨੇ, ਜੋਤਿਸ਼ ਨੇ, ਸਮੇਂ-ਸਮੇਂ 'ਤੇ ਉਹ ਕਿਆਸ ਲਾਉਂਦੇ ਰਹਿੰਦੇ ਨੇ ਕਿ ਆਉਣ ਵਾਲੀਆਂ ਸਮੇਂ ਦੇ ਵਿੱਚ ਆਹ ਹੋ ਜਾਣਾ ਵਾ, ਪਰਲੋ ਆ ਜਾਣੀ ਹੈ, ਦੁਨੀਆ ਇੱਧਰ ਦੀ ਉੱਧਰ ਹੋ ਜਾਣੀ ਹੈ, 100 ਸਾਲ ਬਾਅਦ ਆਹ ਬਿਮਾਰੀ ਆਏਗੀ, 100 ਸਾਲ ਬਾਅਦ ਜਾਂ ਇੰਨੇ 100 ਸਾਲਾਂ ਬਾਅਦ ਧਰਤੀ ਨਸ਼ਟ ਹੋ ਜਾਏਗੀ। ਪਹਿਲਾਂ ਵੀ ਕਿਆਸ ਲਗਾਏ ਗਏ ਵੀ 2012 ਦੇ ਵਿੱਚ ਸਾਰੀ ਧਰਤੀ ਨਸ਼ਟ ਹੋ ਜਾਣੀ ਹੈ। 2012 ਦੇ ਨਾਮ ਦੀ ਫਿਲਮ ਵੀ ਬਣੀ, ਪੂਰੀ ਦਿਖਾਈ ਗਈ, ਧਰਤੀ ਤੇ ਨਸ਼ਟ ਨਹੀਂ ਹੋਈ। ਕਿਆਸ ਲਗਾਉਂਦੇ ਨੇ ਮਨੋਵਿਗਿਆਨਿਕ ਜੋਤਿਸ਼ ਵਿਦਿਆ ਦੇ ਰਾਹੀਂ ਪਰਮਾਤਮਾ ਦੇ ਅੰਦਰ ਦੀ ਸੋਚ ਮਤੇ ਨੂੰ, ਵੀ ਉਹਦੇ ਅੰਦਰ ਕੀ ਚੱਲਦਾ ਪਿਆ ਸਾਡੇ ਜੀਵਾਂ ਦੇ ਪ੍ਰਤੀ, ਉਹ ਕੀ ਸੋਚ ਕੇ ਬੈਠਾ ਹੈ, ਕੋਈ ਨਹੀਂ ਦੱਸ ਸਕਦਾ। ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਜੋਤਿਸ਼ ਵਿਦਿਆ ਨੂੰ ਨਕਾਰਦੇ ਹਨ, ਨਹੀਂ ਮੰਨਦੇ ਗੁਰੂ ਮਹਾਰਾਜ ਜੀ। ਜੇ ਮੰਨ ਲਿਆ ਜਾਏ ਵੀ ਜੋਤਿਸ਼ ਵਿਦਿਆ ਦੀ ਜਿਹੜੀ ਭਵਿੱਖਬਾਣੀ ਹੈ ਉਹ ਸਹੀ ਹੈ, ਕਿ ਜਿਹੜਾ ਭਵਿੱਖਬਾਣੀ ਕਰਨ ਵਾਲਾ ਹੈ, ਭਵਿੱਖਤ ਕਰਤਾ ਵਾ, ਜਾਂ ਜੋਤਿਸ਼ ਵਿਗਿਆਨ ਦੇ ਰਾਹੀਂ ਜੋ ਦੱਸਣ ਵਾਲਾ ਵਾ ਪਰਮਾਤਮਾ ਦੇ ਬਾਰੇ, ਕਾਦਰ ਦੀ ਸੋਚ ਦੇ ਬਾਰੇ, ਫਿਰ ਤੇ ਉਹ ਵੱਡਾ ਹੋ ਗਿਆ ਨਾ ਦੱਸਣ ਵਾਲਾ। ਫਿਰ ਤੇ ਉਹ ਤੇ ਜਾਣ ਗਿਆ ਨਾ ਕਿ ਪਰਮਾਤਮਾ ਨੇ ਉਹਦੇ ਮਨ ਵਿੱਚ ਕੀ ਕੁਝ ਚੱਲਦਾ ਪਿਆ ਵਾ। ਫਿਰ ਤੇ ਉਹ ਕਾਮਯਾਬ ਹੋ ਗਿਆ ਨਾ ਕਿ ਪਰਮਾਤਮਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਵਾ। ਤੇ ਜਿਹੜਾ ਹੈ ਹੀ ਬੇਅੰਤ, ਜਿਸ ਕਾਦਰ ਨੂੰ ਬੇਅੰਤ ਆਖਿਆ ਗਿਆ ਵਾ, ਉਹਦੀ ਸੋਚ, ਉਹਦੇ ਮਤੇ ਬਾਰੇ ਅਸੀਂ ਕੁਝ ਨਹੀਂ ਜਾਣ ਸਕਦੇ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੀਓ ਪੂਛ ਨਾ ਮਸਲਤ ਕਰੇ, ਜੋ ਕੁਛ ਕਰੇ ਸੋ ਆਪੇ ਕਰੇ। ਕਹਿੰਦੇ ਨੇ ਉਹ ਜੋ ਕੁਝ ਕਰਦਾ ਹੈ ਨਾ, ਉਹ ਕਿਸੇ ਕੋਲ ਸਲਾਹ ਨਹੀਂ ਲੈਂਦਾ, ਕਿਸੇ ਕੋਲ ਉਹਦੇ ਨਾਲ ਵਿਚਾਰ ਵਟਾਂਦਰਾ ਨਹੀਂ ਕਰਦਾ। ਜੋ ਕੁਝ ਕਰਦਾ ਹੈ ਆਪਣੀ ਮਰਜ਼ੀ ਦੇ ਮੁਤਾਬਕ ਕਰਦਾ ਹੈ। ਤੇ ਜੋ ਕੁਝ ਉਹਨੇ ਕਰਨਾ ਹੈ ਉਹ ਸਾਡੀ ਸੋਚ ਤੋਂ ਪਰੇ ਹੈ। ਜੋ ਉਹਨੇ ਸੋਚਿਆ ਵਾ ਅਸੀਂ ਨਹੀਂ ਸੋਚ ਸਕਦੇ। ਉਹ ਪਰਮਾਤਮਾ ਬੇਅੰਤ ਹੈ, ਉਹਦੇ ਅੰਦਰ ਕਿਹੜੀਆਂ ਵਿਚਾਰਾਂ ਨੇ, ਕਿਹੜੀ ਸੋਚ, ਕਿਹੜਾ ਮਤਾ ਪਕਾ ਕੇ ਉਹ ਪਰਮਾਤਮਾ ਬੈਠਾ ਹੋਇਆ ਹੈ, ਅਸੀਂ ਨਹੀਂ ਜਾਣ ਸਕਦੇ, ਸਾਨੂੰ ਨਹੀਂ ਪਤਾ। ਤੇ ਕਹਿੰਦੇ ਨੇ ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ। ਪਰਮਾਤਮਾ ਨੇ ਜੋ ਇਹ ਕੁਦਰਤ, ਇਹ ਜੋ ਆਕਾਰ ਬਣਾਏ ਹਨ, ਜੋ ਸ੍ਰਿਸ਼ਟੀ ਬਣਾਈ ਹੈ, ਇਸ ਦਾ ਪਾਰਾਵਾਰ ਨਹੀਂ ਕੋਈ ਪਾ ਸਕਦਾ। ਇਹਨੂੰ ਵੀ, ਇਹਦੀ ਤਹਿ ਤੱਕ ਜਾਣਾ ਵੀ ਆਕਾਰ ਕਿੱਡਾ ਵੱਡਾ। ਕੱਲ ਵੀ ਆਪਾਂ ਪੜ੍ਹਿਆ ਸੀ ਨਾ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੀ ਵੱਡ ਚੀਰਾ। ਵੀ ਤੇਰਾ ਪਸਾਰਾ ਕਿੱਡਾ ਕੁ ਵੱਡਾ ਹੈ, ਕਿੱਡੀਆਂ ਕੁ ਵੱਡੀਆਂ ਇਹ ਆਕਾਰ ਨੇ, ਕਿੱਡੇ ਕੁ ਵੱਡੇ ਇਹ ਲੋਹ ਨੇ, ਇਹ ਸ੍ਰਿਸ਼ਟੀ ਕਿੱਡੀ ਕੁ ਵੱਡੀ ਹੈ, ਇਹ ਜਿਹੜਾ ਸਮੁੰਦਰ ਹੈ ਇਹ ਕਿੰਨੇ ਕੁ ਆਕਾਰ ਦੇ ਵਿੱਚ ਹੈ। ਕਹਿੰਦੇ ਮਨੁੱਖ ਦੇ ਕੋਲ ਨਾਪ ਤੋਲ ਨਹੀਂ ਹੈ। ਧਰਤੀ ਕਿੰਨੀ ਕੁ ਹੈ ਜਿਹੜੀ ਪਾਣੀ ਤੋਂ ਉੱਤੇ ਹੈ, ਉਹਦੀ ਸੀਮਾ, ਉਹਦਾ ਦਾਇਰਾ ਕਿੰਨੇ ਕੁ ਵਰਗ ਕਿਲੋਮੀਟਰ ਹੈ, ਮਨੁੱਖ ਦੀ ਬਿਆਨ ਕਰਕੇ ਦੱਸ ਸਕਦਾ। ਤੇ ਕਹਿੰਦੇ ਨੇ ਵੀ ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ।
ਉਸ ਪਰਮਾਤਮਾ ਦਾ ਉਰਾਰਲਾ ਬੰਨਾ, ਪਾਰਲਾ ਬੰਨਾ, ਉਹ ਸ਼ੁਰੂ ਕਿੱਥੋਂ ਹੁੰਦੀ ਹੈ ਉਹਦੀ ਕੁਦਰਤ, ਤੇ ਉਸ ਕੁਦਰਤ ਦਾ ਅੰਤ ਕਿੱਥੇ ਹੈ, ਉਹਦਾ ਅਖੀਰੀ ਕਿਨਾਰਾ ਕਿੱਥੇ ਹੈ, ਇਹ ਵੀ ਨਹੀਂ ਕੋਈ ਜਾਣ ਸਕਦਾ। ਉਹਦਾ ਮੱਧ ਕੀ ਹੈ, ਉਹਦਾ ਆਦ ਕੀ ਹੈ, ਉਹਦਾ ਅੰਤ ਕੀ ਹੈ, ਬੰਦਾ ਕਿਵੇਂ। ਹੁਣ ਆਹ ਸਮੁੰਦਰ ਹੈ, ਸਮੁੰਦਰ ਦਾ ਹੀ ਕਿਨਾਰਾ ਦਾ ਨਹੀਂ ਪਤਾ ਲੱਗਦਾ, ਦਿਖਦਾ ਕਦੇ ਇਹਨਾਂ ਅੱਖਾਂ ਦੇ ਨਾਲ ਮਨੁੱਖ ਸਮੁੰਦਰ ਦੇ ਕਿਨਾਰੇ ਨੂੰ, ਪਾਰਲੇ ਬੰਨੇ ਨੂੰ ਦੇਖਣ ਦਾ ਯਤਨ ਕਰੇ, ਨਹੀਂ ਉਸ ਸਮੁੰਦਰ ਦਾ ਕਿਨਾਰਾ ਜਾਂ ਪਾਰਲਾ ਬੰਨਾ ਦਿਖਾਈ ਦਿੰਦਾ। ਬੇਅੰਤ ਹੈ, ਵਿਸ਼ਾਲ ਹੈ। ਕਦੇ ਸਮੁੰਦਰ ਦੇ ਲਾਗੇ ਕੋਈ ਗਿਆ ਹੋਵੇ ਤੇ ਅਨੁਮਾਨ ਲਗਾ ਕੇ ਸੋਚ ਕੇ ਵੇਖੇ, ਉਹਨੂੰ ਸਮੁੰਦਰ ਹੀ ਸਮੁੰਦਰ ਚਾਰੇ ਪਾਸੇ ਨਜ਼ਰ ਆਉਣਾ, ਉਹਨੂੰ ਉਰਾਰਲਾ ਤੇ ਪਾਰਲਾ ਬੰਨਾ ਨਜ਼ਰ ਹੀ ਕੋਈ ਨਹੀਂ ਆਉਣਾ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹਦੀ ਬਣਾਈ ਹੋਈ ਕੁਦਰਤ ਦਾ ਪਾਰਾਵਾਰ ਇਹ ਮਨੁੱਖ ਤੋਂ ਨਹੀਂ ਪਾ ਸਕਦਾ। ਫਿਰ ਅੱਗੇ ਕਹਿੰਦੇ ਨੇ ਅੰਤ ਕਾਰਨ ਕੀਤੇ ਬਿਨ ਲਾਹੇ ਤਾਂ ਕਿ ਅੰਤ ਨਾ ਪਾਹੇ ਜਾਏ। ਵੀ ਸਦੀਆਂ ਤੋਂ ਜਦੋਂ ਤੋਂ ਇਹ ਜਗਤ ਬਣਿਆ ਹੈ, ਮਨੁੱਖ ਉਹਦੇ ਅੰਤ ਪਾਉਣ ਦੀ ਤਾਂਘ ਰੱਖਦੇ ਰਹੇ ਨੇ ਵੀ ਉਹਦਾ ਅੰਤ ਪਾ ਸਕੀਏ, ਉਹਦੀ ਕੁਦਰਤ ਦੀ ਤਹਿ ਤੱਕ ਜਾ ਸਕੀਏ। ਕਹਿੰਦੇ ਨੇ ਸਦੀਆਂ ਤੋਂ ਜੀਵ ਜਿਹੜੇ ਹਨ, ਖਾਸ ਕਰਕੇ ਮਨੁੱਖ ਤਰਲੇ ਲੈ ਰਿਹਾ ਹੈ ਵੀ ਮੈਂ ਉਹਦਾ ਅੰਤ ਪਾ ਸਕਾਂ, ਪਰ ਕਹਿੰਦੇ ਨੇ ਨਹੀਂ ਉਹਦਾ ਅੰਤ ਪਾ ਸਕਿਆ, ਉਹਦੀ ਕੁਦਰਤ ਦਾ ਨਹੀਂ ਮਨੁੱਖ ਅੰਤ ਪਾ ਸਕਦਾ, ਤਾਂ ਕਿ ਅੰਤ ਨਾ ਪਾਏ ਜਾਏ। ਉਹਦਾ ਅੰਤ ਕੋਈ ਪਾ ਹੀ ਨਹੀਂ ਸਕਦਾ। ਜਦੋਂ ਉਹ ਮਨੁੱਖ ਦੀ ਸੀਮਾ, ਮਨੁੱਖ ਦੇ ਸੋਚ ਦੇ ਦਾਇਰੇ ਵਿੱਚ ਆ ਗਿਆ, ਮਨੁੱਖ ਦੇ ਉਹ ਕਥਨੀ ਦੇ ਦਾਇਰੇ ਵਿੱਚ, ਸੀਮਾ ਦੇ ਵਿੱਚ ਆ ਗਿਆ, ਫਿਰ ਉਹਨੂੰ ਬੇਅੰਤ ਕੌਣ ਆਖੇਗਾ। ਇਸੇ ਕਰਕੇ ਤੈਨੂੰ ਬੇਅੰਤ ਆਖਿਆ ਜਾਂਦਾ ਨਾ, ਵੀ ਉਹ ਪਰਮਾਤਮਾ ਸੋਚ ਤੋਂ ਪਰੇ ਹੈ, ਕਥਨੀ ਤੋਂ ਪਰੇ ਹੈ। ਉਹ ਪਰਮਾਤਮਾ ਜਿਹੜਾ ਹੈ ਬੇਅੰਤ ਹੈ। ਅੱਗੇ ਕਹਿੰਦੇ ਇਹ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਹੁਣ ਪਰਮਾਤਮਾ ਨੂੰ ਆਪਾਂ ਕਹਿੰਦੇ ਹਾਂ ਕਿ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਇਹ ਸ਼ਬਦ ਵੀ ਗੁਰੂ ਮਹਾਰਾਜ ਜੀ ਕਹਿੰਦੇ ਨੇ ਛੋਟਾ ਹੈ। ਭਾਵੇਂ ਅਸੀਂ ਬਹੁਤ ਵੱਡਾ ਆਖਦੇ ਹਾਂ, ਬਹੁਤ ਵੱਡਾ ਕਿੰਨਾ ਵੱਡਾ ਹੈ ਇਹ ਨਹੀਂ ਅਸੀਂ ਬਿਆਨ ਕਰਕੇ ਦੱਸ ਸਕਦੇ। ਜਿੰਨਾ ਵੱਡਾ ਅਸੀਂ ਆਖਦੇ ਨਾ ਆਪਣੀ ਸੋਚ ਦੇ ਮੁਤਾਬਕ, ਉਸ ਸੋਚਣੀ ਦੇ ਨਾਲੋਂ ਕਿਤੇ ਵੱਡਾ ਹੈ। ਬਹੁਤਾ ਕਹੀਏ ਬਹੁਤਾ ਹੋਏ। ਹੁਣ ਮੇਰੀ ਆਪਣੀ ਸੋਚ ਹੈ, ਉਹਦਾ ਦਾਇਰਾ ਵੀ ਇੰਨਾ ਵੱਡਾ ਹੈ, ਪਰ ਮੇਰੇ ਤੋਂ ਹੋਰ ਸਿਆਣਾ ਇਨਸਾਨ ਆਖੇਗਾ ਨਹੀਂ ਜੀ ਗੁਰਦੇਵ ਸਿੰਘ ਜੀ, ਤੁਹਾਡੀ ਜਿਹੜੀ ਸੋਚ ਹੈ ਉਹ ਇੰਨੇ ਕੁ ਦਾਇਰੇ ਤੱਕ, ਉਹ ਤੇ ਬੜਾ ਵਿਸ਼ਾਲ ਹੈ। ਬਹੁਤਾ ਕਹੀਏ ਬਹੁਤਾ ਹੋਏ, ਉਹ ਤੇ ਬਹੁਤ ਵੱਡਾ ਹੈ। ਫਿਰ ਅੱਗੇ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ। ਅਕਾਲ ਪੁਰਖ ਵਾਹਿਗੁਰੂ ਜੀ ਵੱਡੇ ਹਨ ਤੇ ਸਾਰੀ ਕੁਦਰਤ ਦੇ ਵਿੱਚ ਉਹ ਟਿਕੇ ਹੋਏ ਨੇ। ਉਹਨਾਂ ਦਾ ਥਾਂ ਵੀ, ਪਰਮਾਤਮਾ ਦੇ ਰਹਿਣ ਦਾ ਥਾਂ ਕੀ ਹੈ? ਪਰਮਾਤਮਾ ਕਿੱਥੇ ਰਹਿੰਦਾ ਹੈ? ਘਟ ਘਟ ਮੈਂ ਹਰਜੂ ਬਸੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰਮਾਤਮਾ ਵੱਡਾ ਹੈ ਤੇ ਜਿਹੜਾ ਉਹਦਾ ਥਾਂ ਹੈ ਨਾ, ਜਿਸ ਕੁਦਰਤ ਨੂੰ ਪੈਦਾ ਕਰਕੇ ਕੁਦਰਤ ਦੇ ਵਿੱਚ ਉਹ ਸਮਾਇਆ ਹੋਇਆ, ਉਹ ਵੀ ਥਾਂ ਬੜਾ ਵੱਡਾ ਹੈ। ਕੁਦਰਤ ਵੀ ਬਹੁਤ ਵੱਡੀ ਵਿਸ਼ਾਲ ਹੈ। ਫਿਰ ਅੱਗੇ ਕਹਿੰਦੇ ਨੇ ਉੱਚੇ ਉੱਪਰ ਉੱਚਾ ਨਾਮ। ਪਰਮਾਤਮਾ ਆਪ ਉੱਚਾ ਹੈ ਹੀ, ਉਹਦਾ ਨਾਮਣਾ ਬੜਾ ਉੱਚਾ ਹੈ। ਜਿਸ ਜਿਸ ਇਨਸਾਨ ਨੇ ਉਹਦੇ ਨਾਮ ਨਾਲ ਆਪਣੇ ਆਪ ਨੂੰ ਜੋੜਿਆ, ਗੁਣਾ ਕਰਕੇ ਵੱਡਾ ਹੋ ਗਿਆ, ਕਿਰਦਾਰ ਕਰਕੇ ਵੱਡਾ ਹੋ ਗਿਆ, ਸੋਚ ਕਰਕੇ ਉੱਚਾ ਹੋ ਗਿਆ, ਵੱਡਾ ਹੋ ਗਿਆ, ਅੰਦਰ ਦੀ ਅਮੀਰੀ ਕਰਕੇ ਉਹ ਅੰਦਰੋਂ ਵੱਡਾ ਹੋ ਗਿਆ, ਜਿਨੇ ਉਹਦੇ ਨਾਮ ਨਾਲ ਸਾਂਝ ਪਾਈ। ਕਿਉਂਕਿ ਉਹਦਾ ਨਾਮ ਹੀ ਇੱਕ ਬੜੀ ਵੱਡੀ ਤਾਕਤ ਰੱਖਦਾ ਵਾ। ਉਹਦਾ ਨਾਮ ਇੰਨੀ ਵੱਡੀ ਤਾਕਤ ਰੱਖਦਾ ਵਾ, ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤ ਚੌਕੁੰਟ ਮਾਨੇ। ਜਿਹਨੂੰ ਕੋਈ ਨਹੀਂ ਨਾ ਜਾਣਦਾ ਸੀ ਇਹ ਨੀਚ ਹੈ ਜਾਂ ਨੀਵੀਂ ਜਾਤ ਵਾਲਾ ਕਹਿ ਕੇ ਲੋਕ ਦੁਰਕਾਰਦੇ ਸਨ, ਗਿਆ ਗੁਜ਼ਰਿਆ ਹੋਇਆ ਸਮਝਦੇ ਸਨ। ਜਦੋਂ ਉਸ ਨੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ, ਨਾਮ ਨੇ ਉਹਨੂੰ ਉੱਚਾ ਬਣਾ ਦਿੱਤਾ। ਨੀਚ ਜਾਤ ਹਰ ਜਪਤਿਆਂ, ਊਤਮ ਪਦਵੀ ਪਾਏ, ਪੂਛੋ ਕਿਸ਼ਨ ਦਾਸੀ ਬਿਦਰ ਦਾਸੀ, ਸੁਤੈ ਕਿਸ਼ਨ ਉਤਰਿਆ ਘਰ ਜਿਸ ਜਾਏ। ਤੇ ਅੱਗੇ ਕਹਿੰਦੇ ਨੇ ਰਵਿਦਾਸ ਚਮਾਰ ਉਸਤਤ ਕਰੇ, ਕੀਰਤ ਨਿਮਕ ਇੱਕ ਗਾਏ, ਪਤਿਤ ਜਾਤ ਉਤਮ ਪਾਇਆ, ਚਾਰ ਵਰਨ ਪਏ ਪਗਿਆਏ। ਤੇ ਕਹਿੰਦੇ ਨੇ ਇਹ ਨੀਵੀਂ ਜਾਤ ਵਿੱਚ ਰਹਿਣ ਵਾਲੇ ਸਨ ਭਗਤ ਰਵਿਦਾਸ ਜੀ ਵਰਗੇ, ਜਿਨ੍ਹਾਂ ਨੂੰ ਦੁਰਕਾਰਿਆ ਗਿਆ ਸਮਾਜ ਵੱਲੋਂ, ਸੰਸਾਰ ਵੱਲੋਂ, ਵੀ ਇਹ ਨੀਵੀਂ ਜਾਤ ਦਾ ਸਾਡੇ ਵਿੱਚ ਨਹੀਂ ਬਹਿ ਸਕਦਾ,
ਇਹਦੇ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਸਾਡੀ ਉੱਚੀ ਜਾਤ ਵਾਲਿਆਂ ਦੀ ਨਹੀਂ ਹੋ ਸਕਦੀ। ਪਰ ਉਸ ਰਵਿਦਾਸ ਜੀ ਨੇ ਜਦੋਂ ਉਸ ਪਰਮਾਤਮਾ ਦਾ ਨਾਮ ਸਿਮਰਿਆ, ਜਿਹਦਾ ਨਾਮ ਬੜਾ ਉੱਚਾ ਹੈ, ਤੇ ਨਾਮ ਨੂੰ ਜਪ ਕੇ ਭਗਤ ਰਵਿਦਾਸ ਜੀ ਵਰਗੇ ਵੀ ਉੱਚਿਆਂ ਦੀ ਸ਼੍ਰੇਣੀ ਵਿੱਚ ਆ ਗਏ। ਤਨਨਾ ਬੰਨਾ ਤਿਆਗ ਕੇ ਪ੍ਰੀਤ ਚਰਨ ਕਮੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ। ਸੋ ਜਿੱਡਾ ਵੱਡਾ ਉਹ ਪਰਮਾਤਮਾ ਆਪ ਹੈ ਨਾ, ਓਡਾ ਹੀ ਵੱਡਾ ਉਹਦਾ ਨਾਮ ਹੈ। ਤੇ ਨਾਮ ਨਾਲ ਜੇ ਕੋਈ ਜੁੜਦਾ ਵਾ ਤੇ ਉਹ ਵੀ ਗੁਣਾ ਕਰਕੇ, ਕਿਰਦਾਰ ਕਰਕੇ, ਸੋਚ ਕਰਕੇ, ਜੀਵਨ ਕਰਕੇ ਉੱਚਾ ਹੋ ਜਾਂਦਾ ਵਾ। ਤੇ ਅੱਗੇ ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਕਿ ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਮਨੁੱਖ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦਾ ਹੈ ਨਾ, ਕੋਈ ਵੀ, ਕਹਿਣ ਲੱਗੇ ਉਹਨੂੰ ਉਹਦੇ ਜਿੱਡਾ ਉੱਚਾ ਹੋਣਾ ਪਵੇਗਾ। ਵੀ ਜੇ ਤੂੰ ਉਸ ਵੱਡੇ ਦਾ, ਉਸ ਉੱਚੇ ਦਾ, ਹਸਤੀ ਵਾਲੇ ਦਾ ਜੇ ਤੂੰ ਅੰਤ ਪਾਉਣਾ ਹੈ ਤੇ ਤੈਨੂੰ ਉਹਦੇ ਵਰਗਾ ਵਿਸ਼ਾਲ ਹੋਣਾ ਪਵੇਗਾ। ਪਰ ਗੱਲ ਇਹ ਹੈ ਕਿ ਉਸ ਪਰਮਾਤਮਾ ਵਰਗਾ ਦੂਜਾ ਹੋਰ ਕੋਈ ਹੈ ਹੀ ਨਹੀਂ। ਅੱਲਾ ਪਾਕਨ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਉਹਦੇ ਮੁਕਾਬਲੇ ਤੇ ਦੂਜਾ ਖੜਾ ਹੀ ਨਹੀਂ ਹੋ ਸਕਦਾ। ਇੱਕ ਧਨੀ ਦੇ ਮੁਕਾਬਲੇ ਤੇ ਦੂਜਾ ਧਨੀ ਹੋ ਸਕਦਾ ਹੈ ਖੜਾ। ਇੱਕ ਕਲਾਕਾਰ ਦੇ ਮੁਕਾਬਲੇ ਤੇ ਦੂਜਾ ਕਲਾਕਾਰ ਹੋ ਸਕਦਾ ਹੈ ਖੜਾ, ਉਹ ਤੋਂ ਵੱਡਾ ਕਲਾਕਾਰ ਹੋ ਸਕਦਾ ਹੈ ਖੜਾ। ਇੱਕ ਫਿਲਾਸਫਰ, ਇੱਕ ਸਾਇੰਸਦਾਨ ਦੇ ਸਾਹਮਣੇ ਦੂਜਾ ਮੁਕਾਬਲੇ ਤੇ ਖੜਾ ਹੋ ਸਕਦਾ ਹੈ। ਇੱਕ ਭਲਵਾਨ ਦੇ ਸਾਹਮਣੇ ਦੂਜਾ ਭਲਵਾਨ ਤਾਕਤਵਰ ਖੜਾ ਹੋ ਸਕਦਾ ਹੈ। ਪਰ ਪਰਮਾਤਮਾ ਇੱਕ ਐਸੀ ਹਸਤੀ ਹੈ, ਉਹਦੇ ਸਾਹਮਣੇ ਦੂਜਾ ਖੜਾ ਹੋ ਹੀ ਨਹੀਂ ਸਕਦਾ, ਕਿਉਂਕਿ ਦੂਜਾ ਹੈ ਹੀ ਨਹੀਂ ਕੋਈ। ਉਹ ਪਰਮਾਤਮਾ ਹੈ ਹੀ ਇਕੱਲਾ। ਤਿਸਕਾ ਸ਼ਰੀਕ ਨਾ ਕੋਈ, ਨਾ ਕੋ ਕੰਟਕ ਵੈਰਾਈ। ਉਹਦਾ ਸ਼ਰੀਕ ਹੀ ਕੋਈ ਨਹੀਂ ਪਰਮਾਤਮਾ ਦਾ, ਤੇ ਉਹਦੇ ਸਾਹਮਣੇ ਖੜਾ ਕਿਵੇਂ ਹੋਏਗਾ? ਉਹਦੇ ਜਿੰਨਾ ਉੱਚਾ ਕੌਣ ਹੋਵੇਗਾ? ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਨੇ ਅੰਤ ਪਾਉਣੇ ਉਹਨੂੰ ਉਹਦੇ ਵਰਗਾ ਉੱਚਾ ਹੋਣਾ ਚਾਹੀਦਾ ਹੈ। ਉਹੀ ਉਹਦਾ ਅੰਤ ਪਾ ਸਕਦਾ ਜਿਹੜਾ ਉਹਦੇ ਸਾਹਮਣੇ ਬਰਾਬਰ ਖੜਾ ਹੋਵੇ। ਤੇ ਉਹਦੇ ਬਰਾਬਰ ਦਾ ਤੇ ਕੋਈ ਹੈ ਹੀ ਨਹੀਂ। ਉਹ ਪਰਮਾਤਮਾ ਹੈ ਹੀ ਇੱਕ ਲਾਜਵਾਬ ਹਸਤੀ। ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਅੱਗੇ ਕਹਿੰਦੇ ਜੀਵਡ ਆਪ ਜਾਣੇ ਆਪ ਆਪ। ਮੁੱਕਦੀ ਗੱਲ ਹੈ ਕਿ ਜਿੱਡਾ ਵੱਡਾ ਉਹ ਪਰਮਾਤਮਾ ਨਾ, ਉਹ ਆਪ ਹੀ ਜਾਣਦਾ ਆਪਣੀ ਹਸਤੀ ਬਾਰੇ। ਉਹਨੂੰ ਆਪ ਪਤਾ ਵੀ ਮੈਂ ਕਿੱਡਾ ਵੱਡਾ ਵਾਂ। ਅਸੀਂ ਤੁਸੀਂ ਜਿੰਨੇ ਵੀ ਮਨੋ ਵਿਗਿਆਨਿਕ, ਜੋਤਿਸ਼ ਜਾਂ ਭਗਤੀ ਕਰਨ ਵਾਲੇ, ਉਹ ਨਹੀਂ ਦੱਸ ਸਕਦੇ ਨਾਪ ਤੋਲ ਕੇ ਵੀ ਏਡਾ ਵੱਡਾ ਹੈ। ਉਹ ਆਪਣੀ ਹਸਤੀ ਨੂੰ ਆਪ ਜਾਣਦਾ ਵੀ ਕਿੱਡਾ ਵੱਡਾ ਹੈ ਉਹ। ਫਿਰ ਕਹਿੰਦੇ ਨੇ ਨਾਨਕ ਨਦਰੀ ਕਰਮੀ ਦਾ। ਗੁਰੂ ਪਾਤਸ਼ਾਹ ਜੀ ਬੜੀ ਕਮਾਲ ਦੀ ਗੱਲ ਅਖੀਰਲੀਆਂ ਪੰਕਤੀਆਂ ਵਿੱਚ ਕਹਿ ਰਹੇ ਨੇ। ਗੁਰੂ ਮਹਾਰਾਜ ਜੀ ਕਹਿੰਦੇ ਨੇ ਉਹਦੇ ਘਰ ਦੇ ਵਿੱਚੋਂ ਜਿਹੜੀਆਂ ਦਾਤਾਂ ਨੇ, ਖਾਸ ਕਰਕੇ ਜਿਵੇਂ ਖੇੜਾ ਹੋ ਗਿਆ, ਖੁਸ਼ੀ ਹੋ ਗਈ, ਆਨੰਦ ਹੋ ਗਿਆ, ਸਦੀਵੀ ਸੁੱਖ ਹੋ ਗਿਆ। ਇੱਥੇ ਦੁਨਿਆਵੀ ਦਾਤਾਂ ਦੀ ਗੱਲ ਨਹੀਂ ਕੀਤੀ। ਇੱਥੇ ਆਹ ਦਾਤਾਂ ਦੀ ਜਿਹੜਾ ਸਦੀਵੀ ਖੁਸ਼ੀ, ਸਦੀਵੀ ਸੁੱਖ, ਆਨੰਦ, ਖੇੜਾ, ਅਡੋਲਤਾ ਵਾਲੀ ਅਵਸਥਾ, ਕਹਿੰਦੇ ਨੇ ਇਹ ਜਿਹੜੀਆਂ ਕੀਮਤੀ ਦਾਤਾਂ ਨੇ ਨਾ, ਇਹ ਉਹਦੀ ਰਹਿਮਤ, ਉਹਦੀ ਨਜ਼ਰ ਦਾ ਪਾਤਰ ਬਣ ਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ। ਤੇ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ, ਇਹ ਬੰਦੇ, ਇਹ ਇਨਸਾਨ, ਉਹਦਾ ਅੰਤ ਪਾਉਣ ਦੀਆਂ ਕੋਸ਼ਿਸ਼ਾਂ ਛੱਡ ਕੇ, ਉਹਦੀ ਨਾਪ ਤੋਲ ਕਰਨੀ ਛੱਡ ਕੇ, ਉਹਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਨੀ ਛੱਡ ਕੇ ਤੂੰ ਯਤਨ ਕਰਕੇ ਉਹਦੀਆਂ ਨਜ਼ਰਾਂ ਤੇਰੇ ਉੱਤੇ ਹੋ ਜਾਣ। ਉਹਦੀ ਨਜ਼ਰ, ਉਹਦੀ ਬਖਸ਼ਿਸ਼, ਉਹਦੀ ਰਹਿਮਤ ਦਾ ਤੂੰ ਪਾਤਰ ਬਣ ਜਾਏ। ਤੇ ਜਿਹੜੀਆਂ ਦਾਤਾਂ ਨੇ ਸਦੀਵੀ ਸੁੱਖ, ਆਨੰਦ, ਖੇੜਾ, ਚਿੰਤਾ ਤੋਂ ਰਹਿਤ ਜੀਵਨ, ਇਹ ਤੇਰੀ ਝੋਲੀ ਵਿੱਚ ਪੈ ਸਕੇ। ਇਹੋ ਜਿਹਾ ਜੀਵਨ ਦਾ ਮਾਲਕ ਤੂੰ ਬਣ ਸਕੇ, ਜਿਹਦੀ ਵਿਆਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੀਤੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨੇ ਉਸਤਤ ਜਾਕੈ, ਲੋਭ ਮੋਹ ਅਪਮਾਨਾ, ਹਰਕ ਸੋਗ ਤੇ ਰਹੇ ਨਿਆਰੋ, ਨਾਹੀ ਮਾਨ ਅਪਮਾਨਾ, ਆਸ਼ਾ ਮਨਸਾ ਸਗਲ ਤਿਆਗੈ, ਜਗਤੀ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਨ, ਤੇ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਆ ਮਹਾਨ ਜੀਵਨ ਤੈਨੂੰ ਮਿਲ ਸਕਦਾ, ਆਹ ਦਾਤਾਂ ਤੈਨੂੰ ਮਿਲ ਸਕਦੀਆਂ।
ਮਨੁੱਖ ਦੁਨੀਆ ਦੀਆਂ ਨਜ਼ਰਾਂ ਤੋਂ ਉੱਪਰ ਉੱਠੇਗਾ ਤੇ ਦੁਨੀਆ ਵੱਲੋਂ ਸਨਮਾਨ ਮਿਲੇਗਾ, ਪਰ ਪ੍ਰਮਾਤਮਾ ਦੇ ਘਰ ਵਿੱਚ ਉਲਟਾ ਕੰਮ ਹੈ। ਤੂੰ ਪ੍ਰਮਾਤਮਾ ਦੀਆਂ ਨਜ਼ਰਾਂ ਤੋਂ ਉੱਪਰ ਨਹੀਂ ਉੱਠਣਾ, ਭਾਵ ਅੰਤ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ, ਤੂੰ ਪ੍ਰਮਾਤਮਾ ਦੀਆਂ ਨਜ਼ਰਾਂ ਥੱਲੇ ਆਉਣਾ ਹੈ। ਜਿੱਦਣ ਤੂੰ ਪ੍ਰਮਾਤਮਾ ਦੀਆਂ ਨਜ਼ਰਾਂ ਥੱਲੇ ਆ ਗਿਆ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਕਿਧਰ ਸਦੀਵੀ ਖੁਸ਼ੀਆਂ, ਉਹ ਖੁਸ਼ੀਆਂ ਜਿਹੜੀਆਂ ਪਾਤਸ਼ਾਹਾਂ ਦੇ ਕੋਲ ਵੀ ਨਹੀਂ ਹੁੰਦੀਆਂ, ਉਹ ਖੁਸ਼ੀਆਂ ਜਿਹੜੀਆਂ ਸਾਜੋ ਸਮਾਨ ਦੁਨੀਆ ਦਾ ਇਕੱਠਾ ਕਰਕੇ ਦੁਨੀਆ ਦੀ ਬਾਦਸ਼ਾਹੀ ਪ੍ਰਾਪਤ ਕਰਨ ਵਾਲੇ ਬਾਦਸ਼ਾਹਾਂ ਦੇ ਕੋਲ ਵੀ ਨਹੀਂ ਨਾ ਹੁੰਦੀਆਂ, ਉਹ ਖੁਸ਼ੀਆਂ ਤੈਨੂੰ ਪਰਮਾਤਮਾ ਗੁਰੂ ਦੀਆਂ ਨਜ਼ਰਾਂ ਦੇ ਹੇਠਾਂ ਆ ਕੇ ਪਾਤਰ ਬਣ ਕੇ ਪ੍ਰਾਪਤ ਹੋ ਸਕਦੀਆਂ ਹਨ। ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਤੂੰ ਯਤਨ ਕਰ ਕਿ ਪਰਮਾਤਮਾ ਦੀਆਂ ਮਿਹਰ ਭਰੀਆਂ ਨਜ਼ਰਾਂ ਦੇ ਥੱਲੇ ਤੂੰ ਆ ਜਾਏ। ਗੁਰੂ ਦੀ ਨਜ਼ਰ, ਪਰਮੇਸ਼ਰ ਦੀ ਨਜ਼ਰ ਤੇਰੇ ਉੱਤੇ ਹੋ ਜਾਏ। ਲੈਣੇ ਤੇ ਹੋਏ ਸੀ ਲੈਣਾ ਅੰਗਦ ਬਣ ਗਿਆ, ਬਾਬੇ ਬੂੜੇ ਤੇ ਹੋਈ ਸੀ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਬਣ ਗਏ, ਭਾਈ ਮਨਸੁਖ ਤੇ ਹੋਈ ਸੀ ਭਾਈ ਮਨਸੁਖ ਨੂੰ ਅੰਦਰ ਦਾ ਸੁੱਖ ਮਿਲ ਗਿਆ। ਗੁਰੂ ਦੀ ਨਜ਼ਰ ਜਦੋਂ ਭਾਈ ਬਿਧੀ ਚੰਦ ਵਰਗੇ ਚੋਰ ਤੇ ਹੁੰਦੀ ਹੈ, ਬਿਧੀ ਚੰਦ ਗੁਰੂ ਕਾ ਸ਼ੀਨਾ ਬਣ ਜਾਂਦਾ ਹੈ। ਬੰਦਾ ਬੈਰਾਗੀ ਤੇ ਹੁੰਦੀ ਹੈ ਤੇ ਬੰਦਾ ਸਿੰਘ ਬਹਾਦਰ ਸੂਰਮਾ ਬਣ ਜਾਂਦਾ ਹੈ। ਜਿਹੜਾ ਆਪਣੀਆਂ ਅੱਖਾਂ ਦੇ ਸਾਹਮਣੇ ਹਿਰਨੀ ਤੜਫਦੀ ਹੋਈ ਤੇ ਉਹਦੇ ਪੇਟ ਦੇ ਵਿੱਚੋਂ ਤੜਫਦੇ ਹੋਏ 2 ਬੱਚੇ ਨਹੀਂ ਵੇਖ ਸਕਿਆ ਤੇ ਹੱਥ ਵਿੱਚੋਂ ਹਥਿਆਰ ਛੁੱਟ ਗਿਆ, ਵਗਦੀਆਂ ਹੋਈਆਂ ਖੂਨ ਦੀਆਂ ਧਾਰੀਆਂ ਵੇਖ ਕੇ ਉਹ ਘਬਰਾ ਉੱਠਿਆ ਤੇ ਬੈਰਾਗੀ ਬਣ ਗਿਆ। ਕੋਈ ਬੰਦਾ ਸਿੰਘ ਬਹਾਦਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਨਜ਼ਰਾਂ ਦਾ ਪਾਤਰ ਬਣਿਆ, ਉਹਦੇ ਅੱਖਾਂ ਦੇ ਸਾਹਮਣੇ ਉਹਦੇ ਬੱਚੇ ਦਾ ਕਲੇਜਾ ਕੱਢਿਆ ਗਿਆ। ਇਹਨਾਂ ਅੰਦਰ ਭੈ, ਇਹਨਾਂ ਗੁਰੂ ਮਹਾਰਾਜ ਜੀ ਨੇ ਨਿਡਰ ਤੇ ਅਡੋਲ ਹਿਰਦੇ ਵਾਲਾ ਕਰ ਦਿੱਤਾ। ਬੱਚੇ ਦੇ ਕਲੇਜੇ ਨੂੰ ਜਦੋਂ ਕੱਢ ਰਿਹਾ ਹੈ ਜਲਾਦ, ਖੂਨ ਦੀਆਂ ਧਤੀਰੀਆਂ ਉਹਦੇ ਸਿੱਧਾ ਮੂੰਹ ਤੇ ਪੈਂਦੀਆਂ ਨੇ, ਅਡੋਲ ਹੋ ਕੇ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ। ਜਦੋਂ ਤੂੰ ਗੁਰੂ ਦੀਆਂ ਮਿਹਰ ਦੀਆਂ ਨਜ਼ਰਾਂ ਦਾ ਪਾਤਰ ਬਣ ਜਾਏਗਾ, ਜੀਵਨ ਮਹਾਨ ਤੇ ਉੱਚਾ ਸੁੱਚਾ ਹੋ ਜਾਏਗਾ। ਆਹ ਦਾਤਾਂ ਤੈਨੂੰ ਮਿਲ ਜਾਣਗੀਆਂ, ਸਦੀਵੀ ਸੁੱਖ, ਸਦੀਵੀ ਆਨੰਦ ਤੇ ਸਦੀਵੀ ਖੇੜਾ, ਸਦੀਵੀ ਖੁਸ਼ੀ ਜੋ ਤੂੰ ਲੱਭਦਾ ਫਿਰਦਾ ਦੁਨਿਆਵੀ ਧਨ ਦੌਲਤ ਦੇ ਵਿੱਚੋਂ, ਪਦਵੀਆਂ ਦੇ ਵਿੱਚੋਂ ਤੂੰ ਸਦੀਵੀ ਖੁਸ਼ੀਆਂ ਲੱਭ ਰਿਹਾ ਵਾ। ਤੇ ਕਹਿੰਦੇ ਨੇ ਇਹ ਤੈਨੂੰ ਮਾਲਕ ਵਾਹਿਗੁਰੂ ਜੀ ਦੀਆਂ ਨਜ਼ਰਾਂ ਦਾ ਪਾਤਰ ਜਿੱਦਣ ਬਣ ਜਾਏਗਾ ਨਾ, ਉਦਣ ਤੈਨੂੰ ਇਹ ਦਾਤਾਂ ਮਿਲ ਜਾਣਗੀਆਂ। ਨਾਨਕ ਨਦਰੀ ਕਰਮੀ ਦਾਤ। ਇਸ ਕਰਕੇ ਤੂੰ ਗੁਣ ਗਾ, ਉਹਦੀ ਸਿਫਤੋ ਸਲਾਹ ਕਰ, ਗੁਣ ਗਾ ਕੇ ਤੂੰ ਅੰਦਰੋਂ ਸਚਿਆਰ ਬਣ। ਤੇਰਾ ਮਕਸਦ ਅੰਤ ਪਾਉਣਾ ਨਹੀਂ, ਤੇਰਾ ਮਕਸਦ ਉਹਦੇ ਗੁਣ ਗਾ ਕੇ ਗੁਣਾਂ ਦਾ ਖਜ਼ਾਨਾ ਆਪਣੇ ਅੰਦਰ ਟਿਕਾ ਕਰਕੇ ਅੰਦਰੋਂ ਅਮੀਰ ਹੋਣਾ ਹੈ, ਸਚਿਆਰ ਹੋਣਾ ਹੈ। ਜੋ ਜੋ ਰੱਬ ਜੀ ਦੇ ਗੁਣ ਤੇਰੇ ਅੰਦਰ ਵਸਦੇ ਜਾਣਗੇ, ਗੁਣਵਾਨ ਬਣਦਾ ਜਾਏਗਾ, ਕਿਉਂਕਿ ਤੇਰੇ ਕੋਲ ਸੁੱਖ, ਤੇਰੇ ਕੋਲ ਖੇੜਾ, ਤੇਰੇ ਕੋਲ ਆਨੰਦ, ਉੱਚਾ ਸੁੱਚਾ ਮਹਾਨ ਜੀਵਨ ਦਾ ਮਾਲਕ ਤੂੰ ਬਣਦਾ ਜਾਏਗਾ। ਤੇ ਗੁਰੂ ਪਾਤਸ਼ਾਹ ਜੀ ਇੱਥੇ ਇਸ ਪੌੜੀ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਨੇ ਵੀ ਬੜੇ ਤੋਂ ਵੱਡਾ ਵਿਗਿਆਨੀ, ਬੜੇ ਤੋਂ ਵੱਡਾ ਮਨੋਵਿਗਿਆਨੀ, ਜੋਤਸ਼ੀ ਉਸ ਪਰਮਾਤਮਾ ਦਾ ਅੰਤ ਨਹੀਂ ਪਾ ਸਕਦਾ। ਵੱਡੇ ਤੋਂ ਵੱਡਾ ਫਿਲਾਸਫਰ, ਵੱਡੇ ਤੋਂ ਵੱਡਾ ਗੁਣੀ ਗਿਆਨੀ। ਇਸ ਕਰਕੇ ਉਹਦੇ ਗੁਣਾਂ ਨਾਲ ਸਾਂਝ ਪਾ ਕੇ ਆਪਣੇ ਜੀਵਨ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ, ਨਾ ਕਿ ਉਹਦੇ ਅੰਤ ਨੂੰ ਪਾਉਣ ਦਾ ਕੋਝਾ ਯਤਨ ਕਰੀਏ। ਉਹਦਾ ਅੰਤ ਕੋਈ ਨਹੀਂ ਪਾ ਸਕਦਾ, ਕਿਉਂਕਿ ਉਹ ਹੈ ਹੀ ਬੇਅੰਤ। ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਗਲਤੀ ਦੀ ਖੇਮਾ ਪ੍ਰਵਾਨੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।